ਕਪੂਰਥਲਾ ਪ੍ਰਸ਼ਾਸਨ ਵੱਲੋਂ ਇੱਕ ਪਹਿਲ ਕੀਤੀ ਗਈ ਹੈ। ਜਿਹੜੇ ਨਸ਼ੇ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਦਾ ਨਸ਼ਾ ਛਡਾਉਣ ਲਈ ਇੱਕ ਵੱਡਾ ਕਦਮ ਚੱਕਿਆ ਗਿਆ ਹੈ। ਇੱਕ ਐਂਬੂਲੈਂਸ ਵੈਨ ਜਿਹੜੀ ਸ਼ੁਰੂ ਕੀਤੀ ਗਈ ਹੈ। ਸਾਡੇ ਨਾਲ ਡਾਕਟਰ ਸੰਦੀਪ ਪੋਲਾ ਜੀ ਮੌਜੂਦ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਜੇ ਗੱਲ ਕਰੀਏ ਵੈਨ 'ਚ ਜਿਹੜੀ ਸ਼ੁਰੂ ਕੀਤੀ ਗਈ ਹੈ ਆਪਾਂ ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਇਹ ਰਹੇਗਾ ਕਿ ਜਿਹੜੇ ਸਾਡੇ ਕੋਲ ਰਜਿਸਟਰਡ ਕਲਾਇੰਟਸ ਹੈ ਓਟ ਕਲੀਨਿਕਸ ਵਿੱਚ ਪਹਿਲਾਂ ਤੋਂ ਰਜਿਸਟਰ ਕੀਤੇ ਹੋਏ ਕਲਾਇੰਟਸ ਹੈ, ਉਹ ਉਹਨਾਂ ਨੂੰ ਮੈਡੀਸਿਨ ਜਿਹੜੀ ਹੈ ਉਹ ਪਿੰਡਾਂ ਵਿੱਚ ਜਾ ਕੇ ਉੱਥੇ ਉਹਨਾਂ ਦੇ ਡੋਰ ਸਟੈਪਸ 'ਤੇ ਹੀ ਜਿਹੜੀ ਜਾ ਕੇ ਦਿੱਤੀ ਜਾਏਗੀ। ਅਸੀਂ ਇੱਕ ਕਾਮਨ ਪਲੇਸ ਜਿਹੜੀ ਜਿਸ ਤਰ੍ਹਾਂ ਪਿੰਡ ਦੇ ਸਰਪੰਚ ਹੈ, ਮੋਤਬਰ ਹੈ, ਉਹਨਾਂ ਸਾਰਿਆਂ ਨੂੰ ਇਨਵੋਲਵ ਕਰਕੇ ਅਤੇ ਉਹਦੇ ਨਾਲ ਉਹਨਾਂ ਨੂੰ ਪਿੰਡਾਂ ਵਿੱਚ ਅਨਾਊਂਸਮੈਂਟਸ ਕਰਾ ਕੇ ਕਿ ਤਾਂ ਕਿ ਜਦੋਂ ਵੈਨ ਇਹ ਉੱਥੇ ਪਹੁੰਚਦੀ ਹੈ ਉੱਥੇ ਉਹਨਾਂ ਨੂੰ ਟਾਈਮ ਦੱਸਿਆ ਜਾਂਦਾ ਕਿ ਇਸ ਟਾਈਮ 'ਤੇ ਇੰਨੇ ਵਜੇ ਇਸ ਪਿੰਡ ਵਿੱਚ ਵੈਨ ਪਹੁੰਚੇਗੀ। ਤਾਂ ਉਹ ਇੱਕ ਕਾਮਨ ਪਲੇਸ 'ਤੇ ਜਿਸ ਤਰ੍ਹਾਂ ਮੋਸਟਲੀ ਸਬ ਸੈਂਟਰ ਹੈਗੇ ਜਾਂ ਸਬਸਿਡਰੀ ਹੈਲਥ ਸੈਂਟਰਸ ਹੈਗੇ ਹੈ ਜਾਂ ਕਈ ਜਗ੍ਹਾ 'ਤੇ ਪੰਚਾਇਤ ਘਰ ਹੈ ਜਾਂ ਜੰਜ ਘਰ ਹੈ, ਉੱਥੇ ਜਾ ਕੇ ਵੈਨ ਸਟੇਸ਼ਨ ਹੋ ਜਾਂਦੀ ਹੈ। ਤਾਂ ਉਹ ਸਾਰੇ ਲੋਕ ਉੱਥੇ ਇਕੱਠੇ ਹੋ ਕੇ ਆ ਜਾਂਦੇ ਔਰ ਉੱਥੇ ਉਹਨਾਂ ਨੂੰ ਜਿਹੜੇ ਮੈਡੀਸਿਨ ਹੈ ਜਿੰਨੀ ਉਹਨਾਂ ਦੀ ਕੁਆਂਟਿਟੀ ਮੈਡੀਸਿਨ ਦੀ ਚੱਲ ਰਹੀ ਹੈ ਉਹਨਾਂ ਨੂੰ ਉਹ ਦਿੱਤੀ ਜਾਂਦੀ ਹੈ। ਕਿਸ ਤਰ੍ਹਾਂ ਪਤਾ ਲੱਗਦਾ ਉਹਨਾਂ ਦਾ ਵੀ ਜਿਹੜੇ ਹੈ ਪੇਸ਼ੈਂਟ ਰਜਿਸਟਰਡ ਹੈ ਜਾਂ ਨਹੀਂ? ਜਿਹੜੇ ਕਲਾਇੰਟ ਜਿੰਨੇ ਰਜਿਸਟਰਡ ਹੈ ਸਾਡੇ ਕੋਲ, ਉਹਨਾਂ ਦਾ ਇੱਕ ਯੂਨੀਕ ਆਈਡੀ ਜਿਹੜਾ ਉਹ ਬਣਿਆ ਹੁੰਦਾ ਔਰ ਜੇ ਉਹਨੂੰ ਕੋਈ ਜੇ ਆਈਡੀ ਪੇਸ਼ੈਂਟ ਨੂੰ ਨਹੀਂ ਯਾਦ ਜਾਂ ਪੇਸ਼ੈਂਟ ਕੋਲ ਆਈਡੀ ਕਾਰਡ ਨਹੀਂ ਹੈ ਤਾਂ ਉਹਦੇ ਕੋਲ ਆਧਾਰ ਕਾਰਡ ਨੰਬਰ ਜਿਹੜਾ ਹੈਗਾ, ਆਧਾਰ ਕਾਰਡ ਤੋਂ ਅਸੀਂ ਇਹ ਜਿਹੜੇ ਪੇਸ਼ੈਂਟ ਦੀ ਆਈਡੀ ਖੋਲ੍ਹ ਲੈਂਦੇ ਹਾਂ। ਸਾਡੇ ਦਰਸ਼ਕਾਂ ਨੂੰ ਕਰਕੇ ਦਿਖਾਓਗੇ ਜਰਾ? ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਕਲੋਜ਼ ਸ਼ਾਟ ਕਰਕੇ ਦਿਖਾ ਦੇਣ ਵੀ ਕਿਸ ਤਰ੍ਹਾਂ ਜਿਹੜੀ ਇਹ ਪਹਿਲ ਸ਼ੁਰੂ ਕੀਤੀ ਗਈ ਹੈ ਕਪੂਰਥਲਾ ਪ੍ਰਸ਼ਾਸਨ ਵੱਲੋਂ। ਇਹ ਜਿਸ ਤਰ੍ਹਾਂ ਪੰਜਾਬ ਗੌਰਮੈਂਟ ਦੀ ਓਟ ਕਲੀਨਿਕ ਓਟ ਪ੍ਰੋਗਰਾਮ ਦੀ ਡੀ-ਐਡਿਕਸ਼ਨ ਪ੍ਰੋਗਰਾਮ ਦੀ ਐਪ ਹੈ, ਇਹਦੇ ਵਿੱਚ ਜਿਸ ਤਰ੍ਹਾਂ ਮੈਂ ਐਪ ਖੋਲ੍ਹੀ ਹੈ ਤਾਂ ਆਪਣੀ ਇਹਦੇ ਵਿੱਚ ਪੇਸ਼ੈਂਟ ਆਈਡੀ ਆ ਜਾਂਦਾ ਹੈ। ਜਿਸ ਤਰ੍ਹਾਂ ਇਸ ਪੇਸ਼ੈਂਟ ਦੀ ਆਈਡੀ ਮੈਂ ਫੀਡ ਕਰਦਾ, ਇਹ ਪੇਸ਼ੈਂਟ ਦਾ ਜਿਹੜਾ ਡਿਟੇਲ ਸਾਰੀ ਖੁੱਲ੍ਹ ਗਈ ਹੈ। ਪਲਵਿੰਦਰ ਸਿੰਘ ਸਨ ਆਫ, ਨਾਮ ਨਹੀਂ ਮੈਂ ਲੈਣਾ ਚਾਹੂੰਗਾ, ਅੱਗੇ ਹੋਰ ਜ਼ਿਆਦਾ ਡਿਟੇਲ ਨਹੀਂ ਦੱਸਣੀ ਚਾਹੂੰਗਾ। ਪੇਸ਼ੈਂਟ ਦੀ ਹਿਸਟਰੀ ਦੇਖਣ ਲਈ ਇੱਥੇ ਵਿਊ ਕਲਿੱਕ, ਇਹਦੇ ਵਿੱਚ ਪੇਸ਼ੈਂਟ ਕਿੰਨੀ ਤਰੀਕ ਨੂੰ ਰਜਿਸਟਰ ਹੋਇਆ ਉਹ ਡੇਟ ਔਰ ਕਿੰਨੀ ਪੇਸ਼ੈਂਟ ਦੀ ਇਸ ਟਾਈਮ ਦਵਾਈ ਜਿਹੜੀ ਹੈ ਹੁਣ ਇਸ ਟਾਈਮ ਚੱਲ ਰਹੀ ਹੈ ਔਰ ਕਦੋਂ ਤੱਕ ਇਹ ਦਵਾਈ ਲੈ ਕੇ ਗਿਆ। ਜਿੱਦਾਂ ਇਹ 8/4 ਨੂੰ 50 ਟੈਬਲੇਟਸ ਲੈ ਕੇ ਗਿਆ, 5 ਗੋਲੀਆਂ ਇਹਦੀਆਂ ਰੋਜ਼ ਦੀਆਂ ਚੱਲ ਰਹੀਆਂ ਔਰ ਇਹਦੇ ਵਿੱਚ ਪੇਸ਼ੈਂਟ ਦੀ ਰਿਗਾਰਡਿੰਗ ਜਿੰਨਾ ਮੈਂ ਫੀਡ ਕਰਨਾ ਚਾਹੁੰਦਾ ਕਿ ਮੈਂ ਜਿਹੜੀਆਂ ਇਹ ਗੋਲੀਆਂ ਦਵਾਈ ਇਹ ਕਿੰਨੀ ਮਾਤਰਾ ਇਹਦੀ ਚੱਲ ਰਹੀ ਹੈ ਉਹ ਇੱਥੇ ਫੀਡ ਕਰ ਦਿੰਦਾ, 5 ਟੈਬਲੇਟਸ ਔਰ ਕਿੰਨੇ ਦਿਨ ਲਈ ਮੈਂ ਇਹਨੂੰ ਦਵਾਈ ਦੇਣੀ ਹੈ। ਬਿਲਕੁਲ ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਤੇ ਜਿਹੜੇ ਪੁਖਤਾ ਜਿਹੜੇ ਇੰਤਜ਼ਾਮ ਕੀਤੇ ਜਾ ਰਹੇ ਜਿਹੜੇ ਲੋਕ ਹੈਗੇ ਇਹਨਾਂ ਦੇ ਲਈ, ਪਰ ਇਹੋ ਜਿਹੇ ਲੋਕ ਕੁਝ ਹੈਗੇ ਆ ਜਿਹੜੇ ਇਹ ਗੋਲੀਆਂ ਲੈ ਕੇ ਜਿਹੜੀਆਂ ਮੈਡੀਸਨ ਲੈ ਕੇ ਉਹ ਸੇਲ ਕਰਦੇ ਵੀ ਨਜ਼ਰ ਆਉਂਦੇ। ਇਸ ਤਰ੍ਹਾਂ ਹੈ ਕਿ ਇਹ ਜਿਹੜਾ ਇਹ ਨੋਨ ਫੈਕਟ ਹੈ, ਕੋਈ ਨਵੀਂ ਚੀਜ਼ ਜਾਂ ਇੱਕਦਮ ਅਪੀਅਰ ਹੋਈ ਚੀਜ਼ ਨਹੀਂ ਹੈ ਕਿ ਬਹੁਤ ਇਸ ਤਰ੍ਹਾਂ ਦੀਆਂ ਡਾਇਵਰਜਨਸ ਜਿਹੜੀਆਂ ਇਸ ਇਲਾਜ ਦੇ ਵਿੱਚ ਹੁੰਦੀਆਂ। ਉਹਦੇ ਵਾਸਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਡਾਇਵਰਜਨਸ ਕਰਨ ਵਾਲੇ ਲੋਕ ਬਹੁਤ ਘੱਟ, ਜਿਹੜੇ 5 ਤੋਂ 10% ਤੱਕ ਸਿਰਫ ਹੁੰਦੇ ਹੈ। ਉਹਨਾਂ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਜੇ ਉਹਨਾਂ ਨੂੰ ਦਵਾਈ ਦੀ ਲੋੜ ਹੈ ਤਾਂ ਉਹ ਕਿਸੇ ਵੀ ਓਟ ਕਲੀਨਿਕ ਵਿੱਚ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਹੈ। 190 ਤੋਂ ਜ਼ਿਆਦਾ ਓਟ ਕਲੀਨਿਕ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਹੈ, ਕਿਤੇ ਵੀ ਜਾ ਕੇ ਰਜਿਸਟਰ ਕਰ ਸਕਦੇ ਹੋ ਔਰ ਕਿਉਂਕਿ ਔਨਲਾਈਨ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਔਨਲਾਈਨ ਸਿਸਟਮ ਹੈ ਸਾਰਾ। 190 ਓਟ ਕਲੀਨਿਕਸ ਕਿਤੇ ਵੀ ਜਾ ਕੇ ਦਵਾਈ ਉਹ ਲੈ ਸਕਦੇ ਹੈ ਔਰ ਦਵਾਈ ਫ੍ਰੀ ਆਫ ਕਾਸਟ ਹੈ ਔਰ ਟੇਕ ਹੋਮ ਡੋਜ਼ ਦੀ ਪ੍ਰੋਵੀਜ਼ਨ ਹੈ ਕਿ ਜਿਹਦੇ 'ਚ ਇਹ 14 ਦਿਨ 21 ਦਿਨ ਜਿੰਨੀ ਪੇਸ਼ੈਂਟ ਨੂੰ ਜ਼ਰੂਰਤ ਹੈ ਉਹਦੇ ਅਕੋਰਡਿੰਗਲੀ ਅਸੀਂ ਮੈਡੀਸਿਨ ਉਹਨੂੰ ਘਰ ਲਿਜਾਣ ਵਾਸਤੇ ਵੀ ਦੇ ਸਕਦੇ ਹਾਂ। ਸੋ ਜਿੰਨੇ ਜ਼ਿਆਦਾ ਲੋਕ ਇਹਦੇ ਵਿੱਚ ਰਜਿਸਟਰ ਹੋ ਜਾਣਗੇ, ਜਿੰਨੇ ਜ਼ਿਆਦਾ ਲੋਕ ਇਸ ਦਵਾਈ ਨੂੰ ਲੈਣਾ ਸ਼ੁਰੂ ਕਰ ਦੇਣਗੇ, ਉਨੀ ਇਹ ਜਿਹੜੀ ਡਾਇਵਰਜਨ ਹੈ ਉਹ ਘਟ ਜਾਏਗੀ। ਕੋਈ ਮਿਸਯੂਜ਼ ਕਰਦਾ ਨਜ਼ਰ ਆਉਂਦਾ ਤਾਂ ਫਿਰ
ਜੇ ਮਿਸਯੂਜ਼ ਕਰਨ ਦੀ ਕੋਈ ਕੰਪਲੇਂਟ ਆਉਂਦੀ ਹੈ ਤਾਂ ਅਸੀਂ ਉਹਦੇ ਵਾਸਤੇ ਜਿਹੜੇ ਕਾਉਂਸਲਿੰਗ ਸੈਸ਼ਨਸ ਹੈ ਉਹ ਰੱਖੇ ਹੋਏ ਆ। ਕਾਉਂਸਲਰਸ ਇਸ ਵਾਸਤੇ ਅਪਾਇੰਟ ਕੀਤੇ ਗਏ ਹੋਏ ਆ ਕਿ ਉਹ ਜਾ ਕਾਉਂਸਲਿੰਗ ਕਰਕੇ ਉਹਨਾਂ ਨੂੰ ਪੇਸ਼ੈਂਟਸ ਨੂੰ ਵੀ ਸਮਝਾਉਂਦੇ ਆ ਔਰ ਉਹਨੂੰ ਮੋਟੀਵੇਟ ਕਰਦੇ ਆ ਕਿ ਜਿਨ੍ਹਾਂ ਨੂੰ ਉਹ ਮੈਡੀਸਿਨ ਸੇਲ ਆਫ ਕਰਦਾ ਹੈ ਉਹਨਾਂ ਨੂੰ ਸਮਝਾ ਕੇ ਤਾਂ ਲੈ ਆਵੇ, ਉਹ ਤਾਂ ਉਹਨਾਂ ਨੂੰ ਵੀ ਇੱਥੇ ਇਲਾਜ ਤੇ ਅਸੀਂ ਸ਼ੁਰੂ ਕਰ ਲਈਏ। ਓਟ ਵੈਨ ਦੀ ਗੱਲ ਕਰੀਏ ਆਪਾਂ ਤੇ ਕਿੰਨੇ ਪਿੰਡਾਂ 'ਚ ਜਾਂਦੀ ਹੈ ਤੇ ਕਿਹੜੇ ਦਿਨ? ਓਟ ਵੈਨ ਜਿਹੜੀ ਮੋਬਾਈਲ ਓਟ ਕਲੀਨਿਕ ਜਿਹਨੂੰ ਅਸੀਂ ਕਹਿੰਦੇ ਆ, ਉਹ ਅਸੀਂ ਜਿਹੜਾ ਸ਼ੁਰੂ ਕੀਤਾ ਉਹ ਫਿਲਹਾਲ ਜਿਹੜਾ ਐਜ਼ ਅ ਪਾਇਲਟ ਪ੍ਰੋਜੈਕਟ ਅਸੀਂ ਇੱਥੇ ਸ਼ੁਰੂ ਕੀਤਾ, ਉਹ 4 ਦਿਨ ਹਫਤੇ 'ਚ ਜਿਹੜੀ ਵੈਨ ਚੱਲਦੀ ਹੈ ਔਰ 14 ਪਿੰਡ ਜਿਹੜੇ ਆ ਉਹ ਕਵਰ ਕਰਦੀ ਹੈ। ਬਿਲਕੁਲ, ਸਾਡੇ ਨਾਲ ਹੋਰ ਵੀ ਡਾਕਟਰ ਸਾਹਿਬ ਮੌਜੂਦ ਹੈ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਕੀ ਨਾਂ ਹੈ ਡਾਕਟਰ ਸਾਹਿਬ ਤੁਹਾਡਾ? ਡਾਕਟਰ ਗੀਤਾਂਜਲੀ। ਗੀਤਾਂਜਲੀ ਜੀ, ਕੀ ਪ੍ਰੋਬਲਮ ਆਉਂਦੀਆਂ ਜਦੋਂ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਹੈ? ਪਹਿਲੇ ਤਾਂ ਕਾਫੀ ਦਿੱਕਤਾਂ ਆਉਂਦੀਆਂ ਨਾ। ਪੇਸ਼ੈਂਟਸ ਜਦੋਂ ਆਉਂਦੇ ਆ ਉਹ ਥੋੜ੍ਹੇ ਵਿਡਰੋਲ 'ਚ ਹੁੰਦੇ ਆ, ਤੋੜ ਲੱਗੀ ਹੁੰਦੀ ਹੈ ਉਹਨਾਂ ਨੂੰ ਕਾਫੀ ਜ਼ਿਆਦਾ, ਤਾਂ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਹਿਸਟਰੀ ਲਈ ਜਾਂਦੀ ਹੈ, ਉਹਨਾਂ ਨੂੰ ਕਾਉਂਸਲਿੰਗ ਉਹਨਾਂ ਦੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਪੂਰੀ ਹਿਸਟਰੀ ਲੈ ਕੇ ਉਹਨਾਂ ਦਾ ਸਭ ਲੈ ਕੇ ਉਹਨਾਂ ਦੀ ਡੋਜ਼ ਸੈੱਟ ਕੀਤੀ ਜਾਂਦੀ ਹੈ। 2-3 ਦਿਨ ਉਹਨਾਂ ਨੂੰ ਆਬਜ਼ਰਵੇਸ਼ਨ ਵਿੱਚ ਰੱਖਿਆ ਜਾਂਦਾ, ਆਉਂਦੇ 2-3 ਦਿਨ ਉਹਨਾਂ ਨੂੰ ਆਪਣੇ ਸਾਹਮਣੇ ਮੈਡੀਸਿਨ ਖਿਲਾਉਂਦੇ ਆ ਤਾਂ ਕਿ ਜਦ ਤੱਕ ਡੋਜ਼ ਸੈੱਟ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਟੇਕ ਹੋਮ ਡੋਜ਼ ਦਿੰਦੇ ਆ। ਸੁਣਨ 'ਚ ਆਇਆ ਕਿ ਜਦੋਂ ਪੇਸ਼ੈਂਟ ਉੱਥੇ ਐਡਮਿਟ ਕਰਾਇਆ ਜਾਂਦਾ ਉਹ ਕਾਫੀ ਪਰੇਸ਼ਾਨੀਆਂ ਕਰਦਾ, ਲੜਦਾ ਝਗੜਦਾ, ਕਈ ਵਾਰੀ ਕੰਧਾਂ 'ਚ ਵੀ ਸਿਰ ਮਾਰਦਾ, ਫਿਰ ਉਸ ਚੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ? ਨਹੀਂ, ਹੁਣ ਜਦੋਂ ਪੇਸ਼ੈਂਟ ਵਿਡਰੋਲ ਵਿੱਚ ਹੁੰਦਾ, ਐਗਰੈਸ਼ਨ ਇੱਕ ਨਾਰਮਲ ਚੀਜ਼ ਹੈ ਅਤੇ ਮੈਡੀਸਿਨਸ ਹੈ, ਕਾਉਂਸਲਿੰਗਸ ਹੁੰਦੀ ਹੈ, ਉਹਨਾਂ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਅਤੇ ਕਰਦੇ ਆਪਾਂ ਹੈਂਡਲ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਇਹ ਕਹਿਣਾ ਚਾਹੁੰਦੀ ਹਾਂ, ਇਹ ਅਪੀਲ ਕਰਦੀ ਹਾਂ ਕਿ ਹੁਣ ਤਾਂ ਇੱਕ ਲੋਕਡਾਊਨ ਨੂੰ ਇਹਨੂੰ ਇੱਕ ਓਪਰਚੁਨਿਟੀ ਮੰਨੀ ਜਾਵੇ, ਕਿਉਂਕਿ ਨਸ਼ੇ ਦਾ ਵੀ ਸਪਲਾਈ ਬਹੁਤ ਜ਼ਿਆਦਾ ਘੱਟ ਹੋ ਗਈ ਹੈ ਅਤੇ ਬਹੁਤ ਜਿੰਨੇ ਵੀ ਪੇਸ਼ੈਂਟਸ ਹੈਗੇ ਹੈ, ਜਿੰਨੇ ਵੀ ਕਲਾਇੰਟਸ ਹੈ, ਫ੍ਰੀ ਆਫ ਕਾਸਟ ਮੈਡੀਸਨ ਮਿਲਦੀ ਹੈ ਸਾਡੇ ਕੋਲ। ਆਓ ਅਸੀਂ ਰਜਿਸਟਰ ਕਰਦੇ ਹਾਂ, ਟੇਕ ਹੋਮ ਡੋਜ਼ ਮਿਲਦੀ ਹੈ ਅਤੇ ਇਸ ਚੀਜ਼ ਦਾ ਫਾਇਦਾ ਚੁੱਕਿਆ ਜਾਵੇ। ਬਿਲਕੁਲ, ਇੱਕ ਵਾਰੀ ਫਿਰ ਡਾਕਟਰ ਸੰਦੀਪ ਜੀ ਨਾਲ ਗੱਲ ਕਰਦੇ ਹਾਂ। ਸੰਦੀਪ ਜੀ, ਜਦੋਂ ਦਾ ਲੋਕਡਾਊਨ ਸ਼ੁਰੂ ਹੋਇਆ ਕਾਫੀ ਲੰਬਾ ਅਰਸਾ ਹੋ ਗਿਆ, ਕਾਫੀ ਲੋਕ ਜਿਹੜੇ ਡਿਪਰੈਸ਼ਨ 'ਚ ਜਾ ਰਹੇ, ਕਿੰਨੀ ਕੁ ਤੁਹਾਡੇ ਕੋਲ ਲੋਕ ਜਿਹੜੇ ਆ? ਡਿਪਰੈਸ਼ਨ ਦੇ ਵਾਲੇ ਕਾਫੀ ਲੋਕ ਸਾਡੇ ਕੋਲ ਆਉਂਦੇ ਹੈ, ਪਰ ਕਿ ਲੋਕਡਾਊਨ ਕਰਕੇ ਲੋਕਾਂ ਨੂੰ ਕਈ ਵਾਰੀ ਸਰਵਿਸ ਅਵੇਲ ਕਰਨ 'ਚ ਮੁਸ਼ਕਿਲ ਹੁੰਦੀ ਹੈ। ਜਿਸ ਤਰ੍ਹਾਂ ਹਰ ਰੋਜ਼ 5-7 ਨਵੇਂ ਪੇਸ਼ੈਂਟ ਜਿਹੜੇ ਹੈ ਉਹ ਡਿਪਰੈਸ਼ਨ ਦੇ ਨਾਲ ਜਾਂ ਐਂਗਜ਼ਾਈਟੀ ਨਾਲ ਜਾਂ ਇਸ ਤਰ੍ਹਾਂ ਦੀਆਂ ਤਕਲੀਫਾਂ ਨਾਲ ਕਿ ਜਿਹੜੀ ਸਟ੍ਰੈਸ ਰਿਲੇਟਿਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਨਾਲ ਆਉਂਦੇ ਹੈ। ਉਹਦੇ ਵਾਸਤੇ ਗਵਰਨਮੈਂਟ ਵੱਲੋਂ ਇਹ ਪ੍ਰੋਵੀਜ਼ਨ ਇੱਕ ਕੀਤੀ ਗਈ ਹੈ ਕਿ ਜਿਹੜੇ ਲੋਕ ਨਹੀਂ ਆ ਸਕਦੇ ਜਾਂ ਵਿਜ਼ਿਟ ਨਹੀਂ ਕਰ ਸਕਦੇ, ਉਹ ਕੋਵਾ ਐਪ ਦੇ ਥਰੂ ਜਿਹੜੀ ਹੈ ਉਹ ਅਪਰੋਚ ਕਰ ਸਕਦੇ ਆ ਕਾਉਂਸਲਰਸ ਨੂੰ, ਸਾਈਕੈਟਰਿਸਟ ਨੂੰ। ਉਹਦੇ ਵਿੱਚ ਮੈਡੀਸਿਨ ਦੀ ਲੋੜ ਹੈ, ਟਰੀਟਮੈਂਟ ਰਿਕੁਆਇਰਡ ਹੈ ਜਾਂ ਉਹਨਾਂ ਨੂੰ ਕਾਉਂਸਲਿੰਗ ਸੈਸ਼ਨਸ ਰਿਕੁਆਇਰਡ ਹੈ, ਤਾਂ ਉਹਦੇ ਅਕੋਰਡਿੰਗਲੀ ਉਹ ਆਪਣੇ ਕਿਸੇ ਵੀ ਜਗ੍ਹਾ 'ਤੇ ਉਹ ਕੰਟੈਕਟ ਕਰਕੇ ਤਾਂ ਉਹ ਆਪਣੀ ਸਰਵਿਸਿਜ਼ ਲੈ ਸਕਦੇ। ਕੇਸਾਂ ਦੀ ਗੱਲ ਕਰੀਏ, ਕਿੰਨੇ ਕੁ ਲੋਕ ਜਿਹੜੇ ਤੁਹਾਡੇ ਕੋਲ ਆ ਚੁੱਕੇ? ਜੇ ਡਿਪਰੈਸ਼ਨ ਦੇ ਕੇਸਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਈ ਇਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਕੋਈ 50-60 ਪੇਸ਼ੈਂਟ ਜਿਹੜੇ ਹੈ ਉਹ ਇੱਥੇ ਆ ਕੇ ਤਾਂ ਟਰੀਟਮੈਂਟ ਕਰਵਾ ਲੈ ਚੁੱਕੇ। ਕੀ ਲਾਸਟ ਤੇ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਵੀ, ਜਿਹੜੇ ਡਿਪਰੈਸ਼ਨ 'ਚ ਲੋਕ ਜਾ ਰਹੇ ਉਹਨਾਂ ਨੂੰ? ਨਸ਼ੇ ਕਰਨ ਵਾਲੇ ਮੈਂ ਆਪਣੇ ਵੀਰਾਂ ਅਤੇ ਭੈਣਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਬਹੁਤ ਵਧੀਆ ਇੱਕ ਓਪਰਚੁਨਿਟੀ, ਬਹੁਤ ਵਧੀਆ ਇੱਕ ਮੌਕਾ ਦਿੱਤਾ ਹੈ ਪਰਮਾਤਮਾ ਨੇ ਸਾਨੂੰ, ਕਿ ਜਿਹਦੇ ਵਿੱਚ ਕਿ ਇਲਾਜ ਆਪਣਾ ਕਰਵਾ ਕੇ ਅਸੀਂ ਨਸ਼ੇ ਨੂੰ ਛੱਡ ਸਕਦੇ ਹਾਂ। ਔਰ ਲੋਕਾਂ ਨੇ ਹੁਣ ਤੱਕ ਸਮਝ ਵੀ ਲਿਆ ਹੋਣਾ ਕਿ ਨਸ਼ਾ ਛੱਡਣਾ ਕੋਈ ਬਹੁਤ ਮੁਸ਼ਕਿਲ ਕੰਮ ਨਹੀਂ ਹੈ, ਸਿਰਫ ਥੋੜ੍ਹੀ ਜਿਹੀ ਹਿੰਮਤ ਕਰਨ ਦੀ ਲੋੜ ਹੈ, ਆ ਕੇ ਆਪਣਾ ਇਲਾਜ ਕਰਾਉਣ ਦੀ ਲੋੜ ਹੈ, ਦਵਾਈ ਖਾਣ ਦੀ ਲੋੜ ਹੈ, ਤਾਂ ਇਹ ਆਸਾਨੀ ਨਾਲ ਛੱਡਿਆ ਜਾ ਸਕਦਾ ਹੈ। ਸੋ ਇਸ ਚੀਜ਼ ਨੂੰ ਅਸੀਂ ਹੁਣ ਇਸ ਮੌਕੇ 'ਤੇ ਇਹ ਇਲਾਜ ਸ਼ੁਰੂ ਕਰ ਲਈਏ, ਔਰ ਇਲਾਜ 1 ਸਾਲ ਦੇ ਆਸ-ਪਾਸ ਇਹ ਚੱਲਦਾ ਜਾਂ ਘੱਟ ਟਾਈਮ ਵਾਸਤੇ ਵੀ ਚੱਲ ਸਕਦਾ। ਉਹ ਜਿੱਦਾਂ ਪੇਸ਼ੈਂਟ ਆਉਣਗੇ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰ ਲਾਂਗੇ। ਔਰ ਬੜੀ ਵਧੀਆ ਇੱਕ ਓਪਰਚੁਨਿਟੀ ਮਿਲ ਰਹੀ ਹੈ, ਸਾਨੂੰ ਵੀ ਮਿਲ ਰਹੀ ਹੈ ਕਿ ਪੇਸ਼ੈਂਟਸ ਆ ਰਹੇ ਆ, ਅਸੀਂ ਉਹਨਾਂ ਨੂੰ ਆਪਣੇ ਨਾਲ ਲਿੰਕ ਕਰ ਸਕੀਏ। ਔਰ ਦੂਸਰਾ, ਜਿਹੜੇ ਡਿਪਰੈਸ਼ਨ ਵਾਲੇ ਕੇਸਿਸ ਹੈ ਉਹਨਾਂ ਵਾਸਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਣੇ ਆਪ ਨੂੰ ਬਿਜ਼ੀ ਕਰਨ ਦੀ, ਆਪਣੇ ਆਪ ਨੂੰ ਇਸ ਤਰ੍ਹਾਂ ਦੀ ਕਿਸੇ ਨਾ ਕਿਸੇ ਕੰਮ ਵਿੱਚ, ਕਿਸੇ ਨਾ ਕੋਈ ਯੋਗਾ, ਮੈਡੀਟੇਸ਼ਨ, ਐਕਸਰਸਾਈਜ਼, ਇਹ ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਕਰਨ ਦੀ ਕੋਸ਼ਿਸ਼ ਕਰਨ। ਔਰ ਆਪਣੇ ਆਪ ਜਿਹੜੇ ਆਪਣੇ ਇੰਟਰਸਟ ਦੇ ਅਕੋਰਡਿੰਗਲੀ ਆਪਣੇ ਜੋ ਕੁਛ ਪਹਿਲਾਂ ਐਕਟੀਵਿਟੀਜ਼ ਕਰਦੇ ਰਹੇ ਹੈ ਔਰ ਮੌਕਾ ਨਹੀਂ ਮਿਲ ਪਾਇਆ, ਆਪਣੀ ਬਿਜ਼ੀ ਲਾਈਫ ਇੰਨੀ ਕੁ ਹੋ ਗਈ, ਉਹਨਾਂ ਵਿੱਚ ਉਹਨਾਂ ਨੂੰ ਦੁਬਾਰਾ ਸ਼ੁਰੂ ਕਰ ਲੈਣ। ਔਰ ਜਿਹੜੀ ਜਿਹਨੂੰ ਅਸੀਂ ਕਹਿੰਦੇ ਕੋਪ ਅਪ ਸਟ੍ਰੈਟਜੀਜ਼ ਹੈ ਕਿ ਇਹਨੂੰ ਕੋਪ ਅਪ ਕਰਨ ਦੇ ਵਾਸਤੇ ਇਹੀ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਣੀਆਂ, ਉਹੀ ਕਰ ਸਕਦੇ ਆਪਾਂ ਘਰ ਬੈਠੇ, ਔਰ ਇਸ ਚੀਜ਼ ਤੋਂ ਬਚਿਆ ਜਾ ਸਕਦਾ ਇਹਦੇ ਨੂੰ।
ਬਿਲਕੁਲ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਤੇ ਕਪੂਰਥਲਾ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਕਦਮ ਚੱਕਿਆ ਗਿਆ ਕਿ ਜਿਹੜੇ ਨਸ਼ਾ ਕਰਨ ਵਾਲੇ ਲੋਕ ਹੈਗੇ ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਇੱਕ ਵੈਨ ਸ਼ੁਰੂ ਕੀਤੀ ਗਈ ਹੈ, ਜਿਹੜੀ ਹਰ ਪਿੰਡ 'ਚ ਜਾਏਗੀ ਤੇ ਉਹਨਾਂ ਨੂੰ ਜਿਹੜਾ ਉੱਥੇ ਨਸ਼ਾ ਕਰਨ ਦੇ ਲਈ ਇੱਕ ਕਾਉਂਸਲਿੰਗ ਵੀ ਨਾਲ ਕੀਤੀ ਜਾਂਦੀ ਹੈ ਤੇ ਨਾਲ ਦਵਾਈ ਵੀ ਜਿਹੜੀ ਦਿੱਤੀ ਜਾਂਦੀ ਹੈ। ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਵਿਨੋਦ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ।